अस्सलाम वालेकुम नाज़रीन, बहुत मेहरबानी कि ਤੁਸੀਂ ਵਕਤ ਨਿਕਾਲਿਆ ਔਰ ਮੇਰੀ ਵੀਡੀਓ ਵੇਖੀ। ਨਾਜ਼ਰੀਨ, ਅੱਜ ਅਸੀਂ ਆਪਣੇ ਜਿਹੜੇ ਨਵੇਂ ਗੋਡ ਫਾਰਮਿੰਗ ਨਏ ਦੋਸਤ ਆ ਰਹੇ ਨੇ, ਨਏ ਸ਼ੌਕੀਨ ਆ ਰਹੇ ਨੇ, ਉਹਨਾਂ ਨੂੰ ਥੋੜੀ ਜਿਹੀ ਉਹਦੇ ਦੇ ਇਲਮ ਵਿੱਚ ਇਜ਼ਾਫਾ ਕਰਨ ਦੀ ਕੋਸ਼ਿਸ਼ ਕਰਾਂਗੇ ਨਾਕਿਸ ਅਕਲ ਦੇ ਮੁਤਾਬਕ ਕਿ ਜਾਨਵਰ ਇੱਕ ਬਰੀਡਰ ਜਿਹਦੇ ਕੋਲ ਅੱਛੀ ਬੱਕਰੀਆਂ ਨੇ ਉਹਨੂੰ ਇੱਕ ਪਿਓਰ ਬਰੀਡਰ ਅਗਰ ਉਹ ਪਰਚੇਜ਼ ਕਰਦਾ ਹੈ ਜਾਂ ਕਿਸੇ ਪਿਓਰ ਬਰੀਡਰ ਦੇ ਕੋਲੋਂ ਬੱਕਰੀ ਕ੍ਰਾਸ ਕਰਵਾਉਂਦਾ ਹੈ ਤੇ ਉਹਦਾ ਬਰੀਡਰ ਕਿਹੋ ਜਿਹਾ ਹੋਣਾ ਚਾਹੀਦਾ ਹੈ। ठीक है जी, ये सारी मालूमात जानने तो पहले चैनल ਨੂੰ जिस दोस्त ने सबसक्राइब नहीं किया वो सबसक्राइब कर ले। तो इस तो बाद असी शुक्रिया अदा करने हैं प्रोफेसर शहजाद साहब का और बकलम खुद बजाते खुद जिंदा मिसाल डोली साहब का कि डोली साहब और प्रोफेसर शहजाद साहब ने सानू टाइम दिता जी। अस्सलाम वालेकुम। सर की हाल ने जी? सब खैरियत है जी। सर तुहाडा नाम बहुत सुनिया माशाअल्लाह, तुहाडे कोल ब्रीडर बहुत अच्छा है। ਇਹਦੇ ਨਾਲ ਹੀ ਅਸੀਂ ਆਪਣੇ ਵਿਊਵਰ ਨੂੰ ਦੱਸਣਾ ਚਾਹੁੰਦੇ ਹਾਂ ਕਿ ਜਦੋਂ ਵੀ ਕੋਈ ਗੋਡ ਫਾਰਮਿੰਗ ਵਾਲਾ ਇੱਕ ਅੱਛਾ ਬਰੀਡਰ ਪਰਚੇਜ਼ ਕਰਨਾ ਚਾਹਵੇ ਤੇ ਡੋਲੀ ਭਾਈ ਉਹਦੇ ਵਿੱਚ ਕੀ ਹੈ ਇਸ ਏਰੀਏ ਤੋਂ ਅੱਗੇ ਅੱਗੇ ਗਰਦਨ ਤੋਂ ਕਿ ਕੀ ਖੂਬੀਆਂ ਨੇ ਕਿ ਉਹਦੇ ਵਿੱਚ ਇਹ ਖੂਬੀਆਂ ਹੋਣੀਆਂ ਮਸਟ ਚਾਹੀਦੀਆਂ ਨੇ। ਖੂਬੀਆਂ ਪੀਰ ਜੀ ਤੁਸੀਂ ਇਹ ਵੇਖੋ ਬਈ ਇੱਕ ਤਾਂ ਕੰਨ ਅੱਛਾ ਬੱਕਰੇ ਦਾ ਜੀ, ਠੀਕ ਹੈ ਨਾ, ਠੀਕ ਹੈ ਜੀ। ਸਿੰਘ ਬਿਲਕੁਲ ਕੰਨ ਦੀ ਚੌੜਾਈ, ਹਾਂਜੀ, ਕੰਨ ਦੀ ਲੰਬਾਈ ਹਾਂ ਉਹ ਪੂਰੀ ਹੋਣੀ ਚਾਹੀਦੀ ਹੈ। ਠੀਕ ਹੈ ਜੀ। ਔਰ ਉਸ ਤੋਂ ਬਾਅਦ ਇਹਦਾ ਸਿੰਘ ਅੱਛਾ, ਸਿੰਘ ਚੌੜਾ ਹੋਣਾ ਚਾਹੀਦਾ ਹੈ ਜਾਂ ਲੰਬਾ ਹੋਣਾ ਚਾਹੀਦਾ ਹੈ? ਨਹੀਂ ਭਾਈ ਛੋਟਾ ਹੋਣਾ ਚਾਹੀਦਾ, ਚੌੜਾ ਵੀ ਹੋ ਜਾਵੇ ਲੇਕਿਨ ਛੋਟਾ ਹੋਣਾ ਚਾਹੀਦਾ, ਛੋਟਾ ਹੋਣਾ ਚਾਹੀਦਾ। ਠੀਕ ਹੈ ਜੀ। ਹਾਂਜੀ, ਅੱਛਾ। ਫਿਰ ਨਕੌੜਾ ਬਾਈ ਜੀ ਤੁਸੀਂ ਵੇਖੋ ਇਹਦਾ, ਠੀਕ ਹੈ ਜੀ, ਮਤਲਬ ਕਿ ਤੋਤੇ ਵਰਗਾ ਨੱਕ ਹੋਣਾ ਚਾਹੀਦਾ ਦੋਸਤੋ। ਠੀਕ ਹੈ ਜੀ। ਦੂਸਰਾ ਫਿਰ ਥੱਲੇ ਜੀ ਜਾਲਰ ਤੁਸੀਂ ਵੇਖ ਲਓ, ਜਾਲਰ ਹੋ ਗਈ। ਠੀਕ ਹੈ ਜੀ। ਇਹ ਕੁਆਲਿਟੀ ਹੋਣੀ ਚਾਹੀਦੀ ਨੇ ਅੱਛੀਆਂ ਜਿਹੜੀਆਂ। ਅੱਛਾ, ਇੱਕ ਚੀਜ਼ ਪ੍ਰੋਫੈਸਰ ਸ਼ਹਿਜ਼ਾਦ ਸਾਹਿਬ ਮੈਂ ਤੁਹਾਡੇ ਕੋਲ ਡਿਸਕਸ ਕਰਨਾ ਚਾਹਣਾ ਕਿ ਇੱਕ ਜਾਨਵਰ ਫੀਡ ਤੇ ਗਰੋਥ ਕਰ ਗਿਆ, ਉਹਦੀ ਫਿਜ਼ੀਕ ਬਹੁਤ ਪਿਆਰੀ ਹੋ ਗਈ ਹੈ, ਠੀਕ ਹੈ ਜੀ, ਲੇਕਿਨ ਜੈਨੇਟਿਕਲੀ ਉਹਦੀ ਮਾਂ ਦਾਦੀ ਨਾਨੀ ਉਹ ਇੰਨੀਆਂ ਅੱਛੀਆਂ ਨਹੀਂ, ਤੇ ਕਿਆ ਸਾਨੂੰ ਉਹ ਵੀ ਪਰਚੇਜ਼ ਕਰਨ ਦੇ ਵਿੱਚ ਇਹੀ ਚੀਜ਼ਾਂ ਵੇਖਣੀਆਂ ਚਾਹੀਦੀਆਂ ਨੇ ਜਾਂ ਕਿ ਸਾਨੂੰ ਥੋੜਾ ਜਿਹਾ ਮਜ਼ੀਦ ਉਹਨੂੰ ਜਿਹੜਾ ਨਾ ਪੁਆਇੰਟ ਉਹਦੇ ਵਿੱਚ ਕੀ ਤੁਸੀਂ ਹਾਈਲਾਈਟ ਕਰੋਗੇ ਕਿ ਕੀ ਹੋਣਾ ਚਾਹੀਦਾ ਹੈ ਕਿ ਜੋ ਸ਼ੋਰ ਹੈ ਔਰ ਜੋ ਨਸਲ ਹੈ ਉਹਦੇ ਵਿੱਚ ਤੁਹਾਡੀ ਕੀ ਰਾਏ ਹੋਈ? ਕਾਫੀ ਸਾਰੀ ਮਾਲੂਮਾਤ ਨਦੀਪ ਸਾਹਿਬ ਦੱਸ ਚੁੱਕੇ ਜੀ। ਉਹਦੇ ਨਾਲ ਜਿਹੜਾ ਵਾ ਨਾ ਉਹਦੀ ਤੁਸੀਂ ਦੇਖੋ ਕਿ ਗਰਦਨ ਦੀ ਲੰਬਾਈ ਅੱਛੀ ਹੋਵੇ, ਠੀਕ ਹੈ ਜੀ, ਉਹਦੀ ਹਾਈਟ ਅੱਛੀ ਹੋਵੇ, ਉਹਦੀ ਦੀਆਂ ਜਿਹੜੀਆਂ ਲੱਤਾਂ ਵਾ ਉਹ ਖਾਸੀਆਂ ਮੋਟੀਆਂ ਹੋਣੀਆਂ ਚਾਹੀਦੀਆਂ ਜਾਂ ਉਹਦੇ ਨਾਲ ਜੁਆਇੰਟ ਉਹਦੇ ਜੁਆਇੰਟ ਮਜ਼ਬੂਤ ਹੋਣੀ ਚਾਹੀਦੀ ਔਰ ਸਟ੍ਰੇਟ ਹੋਣੀਆਂ ਚਾਹੀਦੀਆਂ, ਸਟ੍ਰੇਟ ਹੋਣੀ ਹੈ ਜੀ। ਠੀਕ ਹੈ ਜੀ। ਉਹਦੀ ਬਾਡੀ ਲੈਂਥ ਅੱਛੀ ਹੋਵੇ, ਦੁਬ ਲੰਬੀ ਹੋਵੇ, ਠੀਕ ਹੈ। ਠੀਕ ਹੈ। ਇਹ ਸਾਰੀਆਂ ਚੀਜ਼ਾਂ ਦੇ ਨਾਲ ਇਹਦੇ ਨਾਲ ਜਿਹੜਾ ਬਹੁਤ ਜ਼ਿਆਦਾ ਇੰਪੋਰਟੈਂਸ ਜਿਹੜੇ ਸਾਡੇ ਬੱਕਰੀ ਪਾਲ ਹਜ਼ਰਾਤ ਆ ਉਹ ਦਿੰਦੇ ਹੈਗੇ ਆ, ਉਹ ਦਿੰਦੇ ਆ ਜੀ ਉਹਦੀ ਟੈਸਟੀਜ਼ ਦੀ ਖਸੂਸੀਆਤ ਨੂੰ। ਨਾ ਟੈਸਟੀਜ਼ ਜਿਹੜੇ ਆ ਉਹ ਸਾਈਜ਼ ਬੜੇ ਔਰ ਉਹਨਾਂ ਦੇ ਦਰਮਿਆਨ ਗੈਪ ਹੋਣਾ ਚਾਹੀਦਾ। ਆਮ ਤੌਰ ਤੇ ਬਲੀਡ ਕੀਤਾ ਜਾਂਦਾ ਕਿ ਜਿਹਨਾਂ ਟੈਸਟੀਜ਼ ਦੇ ਦਰਮਿਆਨ ਜਿਹੜਾ ਨਾ ਉਹ ਗੈਪ ਹੈ ਵਾ, ਜਿਹੜੀਆਂ ਬੱਕਰੀਆਂ ਉੱਥੋਂ ਪੈਦਾ ਹੋਣਗੀਆਂ ਉਹ ਬੱਕਰੀਆਂ ਜਿਹੜੀਆਂ ਨੇ ਨਾ ਦੁੱਧ ਦੀ ਕੁਆਲਿਟੀ ਜ਼ਿਆਦਾ ਹੋਏਗੀ, ਉਹਨਾਂ ਦਾ ਹਵਾਲਾ ਖੂਬਸੂਰਤ ਹੋਏਗਾ। ਜਿਹਦੇ ਟੈਸਟੀਜ਼ ਖੂਬਸੂਰਤ ਹੋਣਗੇ ਉਹਦੇ ਆਰਡਰ ਦਾ ਸਾਈਜ਼ ਵੀ ਖੂਬਸੂਰਤ ਹੋਏਗਾ। ਤੁਹਾਡਾ ਕਹਿਣ ਦਾ ਮਤਲਬ ਜੀ ਬਿਲਕੁਲ ਠੀਕ ਹੋ ਗਿਆ ਜੀ। ਇਸ ਤੋਂ ਇਲਾਵਾ ਸਰ ਜੈਨੇਟਿਕ ਦੇ ਹਵਾਲੇ ਨਾਲ ਵੀ ਕੋਈ ਰੋਲ ਹੈ? ਜੀ ਬਿਲਕੁਲ। ਅਗਰ ਤੇ ਬਿਹਤਰ ਤੇ ਇਹ ਹੁੰਦਾ ਵਾ, ਠੀਕ ਹੈ ਤੁਸੀਂ ਮੰਡੀ 'ਚ ਵੀ ਅੱਛਾ ਜਾਨਵਰ ਦੇਖ ਕੇ ਪਰਚੇਜ਼ ਕਰ ਲਓ, ਲੇਕਿਨ ਇਹ ਗੱਲ ਬਹੁਤ ਅੱਛੀ ਹੈ ਕਿ ਅਗਰ ਤੁਹਾਨੂੰ ਨਾ ਉਹਦੀ ਕੋਈ ਫੈਮਿਲੀ ਹਿਸਟਰੀ ਦਾ ਜਾਨਵਰ ਦਾ ਪਤਾ ਹੋਵੇ ਨਾ ਕਿ ਇਹਦਾ ਵਾਲਦ ਕਦ ਕਾਰ ਸਿੱਧਾ ਸੀ, ਮਾਂ ਦੀ ਮਿਲਕੀ ਕਪੈਸਿਟੀ ਇਤਨੀ ਸੀਗੀ ਤੇ ਨਾ ਉਹ ਬਹੁਤ ਅੱਛੀ ਗੱਲ ਆ। ਬਲਕਿ ਸਾਡੀ ਫਾਰਮ 'ਚ ਬਹੁਤ ਬੜਾ ਪ੍ਰੋਬਲਮ ਹੀ ਇਹ ਹੈ ਕਿ ਦੇਖੋ ਜਿੰਨੀਆਂ ਦੇ ਜ਼ਿਲ੍ਹੇ ਅੱਛੇ ਮਮਾਲਕ ਆ ਨਾ ਸਿਵਲ ਦੀ ਜਿਹੜਾ ਵੀ ਬੁਲਸ ਰੱਖੇ ਜਾਂਦੇ ਆ ਜਾਂ ਦੂਸਰੇ ਜਾਨਵਰ ਰੱਖੇ ਜਾਂਦੇ ਨਾ ਉਹਨਾਂ ਦੀ ਪੂਰੀ 4-4 ਨਸਲਾਂ ਦੀ ਵੀ ਹਿਸਟਰੀ ਉਹਨਾਂ ਨੂੰ ਪਤਾ ਹੁੰਦੀ ਹੈਗੀ। ਫਿਰ ਉਹ ਸਪੈਸੀਫਿਕ ਜਿਹੜੇ ਨਾ ਉਹ ਬੁਲ ਬਸ ਸਿਲੈਕਟ ਕੀਤੇ ਜਾਂਦੇ ਹੈਗੇ ਆ ਜਿਨ੍ਹਾਂ ਦੀ ਫੈਮਿਲੀ ਹਿਸਟਰੀ ਬਹੁਤ ਅੱਛੀ ਹੁੰਦੀ ਹੈ। ਤੇ ਬਿਹਤਰ ਆ ਕਿ ਅਗਰ ਤੁਹਾਨੂੰ ਪਤਾ ਹੋਵੇ ਵੀ ਇਹਦਾ ਮਾਂ ਪਿਓ ਜਾਨਵਰ ਦਾ ਕੌਣ ਸੀਗਾ, ਕਿਸ ਤਰ੍ਹਾਂ ਦਾ ਸੀਗਾ, ਤੇ ਉਹੀ ਜਾਨਵਰ ਅਗਰ ਬਰੀਡਿੰਗ ਲਈ ਲਿਆ ਜਾਵੇ ਤੇ ਜ਼ਿਆਦਾ ਅੱਛੀ ਗੱਲ ਜੀ। ਠੀਕ ਹੋ ਗਿਆ। ਇਹਦੇ ਨਾਲ ਇੱਕ ਚੀਜ਼ ਐਡ ਕਰਦਾ ਜਾਵਾਂਗਾ ਕਿ ਜਿਹੜੇ ਦੋਸਤ ਸਾਹੀਵਾਲ, ਆਰਫ ਵਾਲਾ, ਚੀਚਾਵਤਨੀ, इकबाल नगर, कसोवाल, उकाड़ा और फैसलाबाद के नज़दीक भी ने गनशकर वैट स्टोर इंसैमिनेट करता है बकरियां दे विच भी, उन्होंने कोल बहुत अच्छे डॉक्टर और बहुत अच्छे लाइक दैट इस तरह के जिहड़े ने जी वो है ने ब्रीडर। तो अगर किसी बंदे नूं चाहिदा होवे वो यूट्यूब तो मेरा नंबर चुक के कॉल कर सकता है। ठीक है जी। सैकेंड वन ਇਹਦਾ ਨਾਂ ਕੀ ਹੈ ਸ਼ਹਿਜ਼ਾਦ ਭਾਈ ਇਸ ਬੱਕਰੇ ਦਾ? ਇਹਦਾ ਨਾਮ ਅਸੀਂ ਮਿੱਠੂ ਰੱਖਿਆ ਹੈ। ਇਹਦਾ ਮਿੱਠੂ ਹੈ। ਮਿੱਠੂ ਦੀ ਐਵਰੇਜਲੀ ਬੱਕਰੀਆਂ ਤੁਹਾਡੇ ਕੋਲ ਕਿਆ ਅੱਗੇ ਆ ਚੁੱਕੀਆਂ? ਹਾਂਜੀ ਆ ਚੁੱਕੀਆਂ। ਔਰ ਉਹਨਾਂ ਦਾ ਮਿਲਕਿੰਗ ਕਪੈਸਿਟੀ ਕੀ ਹੈ ਜੀ? ਨਹੀਂ ਜੀ ਦੇਖੋ ਹਾਲੇ ਤੱਕ ਜਿਹੜੀਆਂ ਮਿੱਠੂ ਦੀਆਂ ਬੱਕਰੀਆਂ ਆਈਆਂ ਵਾ ਨਾ ਕੱਦ ਕਾਸ਼ ਬਹੁਤ ਜਾਂ ਮਿੱਠੂ ਦੀ ਮਾਂ ਦੀ ਮਿਲਕਿੰਗ ਕਪੈਸਿਟੀ? ਮਿੱਠੂ ਦੀ ਬਾਤ ਜਿਹਦੇ ਲੇਵਰ ਚ ਅਸੀਂ ਲਿਆ ਸੀਗਾ ਨਾ ਜੀ ਉਦੋਂ ਇਹ ਜ਼ਿਆਦਾ ਹੈਲਦੀ ਵੀ ਨਹੀਂ ਸੀਗਾ ਔਰ ਹਾਲੇ ਕਾਫੀ ਯੰਗ ਸੀਗਾ। ਠੀਕ ਹੈ ਭਾਈ ਨਦੀਪ ਨੇ ਇਹਦੀ ਪਰਵਰਿਸ਼ ਕੀਤੀ ਹੈ ਜੀ ਤੇ ਖਾਸੀ ਮਿਹਨਤ ਦੇ ਨਾਲ ਕੀਤੀ ਹੈ ਤੇ ਉਹਦਾ ਦੀ ਤੇ ਮਿਲਕਿੰਗ ਕਪੈਸਿਟੀ ਬਹੁਤ ਅੱਛੀ ਸੀ। 3-4 ਲੀਟਰ ਵਾਲੀਆਂ ਕਾਮਨ ਬੱਕਰੀਆਂ ਜਿਹੜੀਆਂ ਨੇ ਜੀ ਉਹਨਾਂ ਦੇ ਕੋਲ ਗ੍ਰੇਜ਼ਿੰਗ ਤੇ 3 ਤੋਂ 4 ਲੀਟਰ ਸਿੰਪਲ ਤੇ ਮਤਲਬ ਕਦੀ ਆਲੂ ਖਾਣੇ, ਕਦੀ ਬੱਲਾਂ ਖਾਣੀ, ਕਪਾਹ ਖਾਣੀ, ਕੋਈ ਪ੍ਰੋਪਰ ਹੈਗੀ
ਇਹਦੇ ਨਾਲ ਹੀ ਇਜਾਜ਼ਤ ਚਾਹਾਂਗੇ ਪ੍ਰੋਫੈਸਰ ਸਾਹਿਬ ਕੋਲੋਂ, ਨਦੀਮ ਭਾਈ ਕੋਲੋਂ ਔਰ ਤੁਹਾਡੇ ਕੋਲੋਂ। ਬਹੁਤ ਮਿਹਰਬਾਨੀ, ਤੁਸੀਂ ਵੀਡੀਓ ਨੂੰ ਵੇਖਿਆ। ਅਗਰ ਕਿਸੇ ਕਿਸਮ ਦਾ ਕੋਈ ਕੁਐਸਚਨ ਹੋਵੇ ਤਾਂ ਤੁਸੀਂ ਕਮੈਂਟਸ ਬਾਕਸ ਵਿੱਚ ਲਾਜ਼ਮੀ ਐਡ ਕਰੋ, ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਦਾ ਜਵਾਬ ਦਈਏ। ਇਹਦੇ ਨਾਲ ਹੀ ਇਜਾਜ਼ਤ ਚਾਹਾਂਗੇ। ਅਸਲਾਮ ਵਾਲੇਕੁਮ ਵਰਹਿਮਤੁல்லாਹਿ ਵਬਰਕਾਤੁਹੂ।